PTC ਚੈਨਲ ਤੇ ਇਨਫੋਕਸ ਪ੍ਰੋਗਰਾਮ ਦੇ ਵਿੱਚ ਅਮਰ ਸਿੰਘ ਭੁੱਲਰ ਹਾਜ਼ਰ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਹਫ਼ਤੇ ਅਸੀਂ ਕਿਸੇ ਨਾ ਕਿਸੇ ਵਿਸ਼ੇ ਤੇ ਫੋਕਸ ਕਰਦੇ ਹਾਂ। ਅੱਜ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 27 ਫਰਵਰੀ 2018 ਨੂੰ ਕੈਨੇਡਾ ਦੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਫਾਈਨੈਂਸ ਮਿਨਿਸਟਰ ਬਿਲ ਮੋਰਨੇ ਵੱਲੋਂ ਬਜਟ ਪੇਸ਼ ਕੀਤਾ ਗਿਆ 2018 ਦਾ। ਇਹ ਬਜਟ ਦੇ ਵਿੱਚ ਕੀ ਕੁਛ ਉਹਨਾਂ ਨੇ ਲਿਆਂਦਾ ਜਿਹੜਾ ਕੈਨੇਡੀਅਨ ਲੋਕਾਂ ਦੇ ਲਈ ਲਾਹੇਵੰਦ ਹੋਵੇਗਾ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੋਕਾਂ ਵੱਲੋਂ ਪਸੰਦ ਕੀਤੀਆਂ ਜਾ ਸਕਦੀਆਂ ਨੇ, ਸਰਕਾਰ ਨੇ ਕਿਹੜੇ ਪੱਖਾਂ ਨੂੰ ਮੁੱਖ ਰੱਖ ਕੇ ਬਜਟ ਪੇਸ਼ ਕੀਤਾ, ਇਹਦੇ ਬਾਰੇ 'ਚ ਚਰਚਾ ਕਰਨ ਦੇ ਲਈ ਸਾਡੇ ਕੋਲ ਅੱਜ ਵਿਸ਼ੇਸ਼ ਤੌਰ 'ਤੇ ਹਾਜ਼ਰ ਨੇ ਆਰਥਿਕ ਮਾਹਰ ਕੈਨੇਡਾ ਦੇ, ਪੋਲੀਟੀਕਲੀ ਵੀ ਹਰ ਤਰ੍ਹਾਂ ਦੀ ਜਾਣਕਾਰੀ ਰੱਖਦੇ ਨੇ, ਨਿਰਮਲ ਢੀਂਡਸਾ ਜੀ। ਢੀਂਡਸਾ ਸਾਹਿਬ ਤੁਹਾਡਾ ਨਿੱਘਾ ਸਵਾਗਤ। ਮਿਹਰਬਾਨੀ ਜਨਾਬ, ਥੈਂਕ ਯੂ ਸਰ ਸੋ ਮਚ। ਸਭ ਤੋਂ ਪਹਿਲਾਂ ਢੀਂਡਸਾ ਸਾਹਿਬ ਮੈਂ ਜਾਣਨਾ ਚਾਹੁੰਦਾ ਕਿ ਜਿਹੜਾ ਇਹ 2018 ਦਾ ਕੈਨੇਡਾ ਸਰਕਾਰ ਵੱਲੋਂ ਫੈਡਰਲ ਦਾ ਬਜਟ ਜਿਹੜਾ ਹੈਗਾ ਤੀਸਰਾ ਬਜਟ ਹੈ ਉਹਨਾਂ ਦਾ, ਔਰ ਇਲੈਕਸ਼ਨ ਹੋਣ ਤੋਂ 1 ਸਾਲ ਪਹਿਲਾਂ ਦਾ ਬਜਟ ਹੈ, ਰਾਈਟ, ਤੇ ਕਿਹੋ ਜਿਹਾ ਬਜਟ ਪੇਸ਼ ਕੀਤਾ ਗਿਆ? ਦੇਖੋ ਆਹ ਜਿਹੜਾ ਬਜਟ ਸੀ ਇਹ ਬਹੁਤ ਇੰਪੋਰਟੈਂਟ ਸੀ। ਉਹ ਇਸ ਕਰਕੇ ਇੰਪੋਰਟੈਂਟ ਸੀ ਕਿ ਨੈਫਟਾ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੈ ਐਂਡ ਉਹਦੇ ਬਾਰੇ ਫਿਕਰਮੰਦੀ ਸੀ। ਦੂਸਰੀ ਜਿਹੜੀ ਇਕੋਨੋਮਿਸਟ ਦੇ ਵਿੱਚ ਇਹ ਪਾਇਆ ਜਾਂਦਾ ਸੀ, ਜਨਰਲ ਰਾਏ ਸੀ ਕਿ ਡੈਫਿਸਿਟ ਨੂੰ ਟੈਕਲ ਕਰਨਾ ਚਾਹੀਦਾ। ਐਂਡ ਕਿਉਂਕਿ ਇਹਨਾਂ ਨੇ ਪਿਛਲੀ ਇਲੈਕਸ਼ਨਾਂ ਦੇ ਵਿੱਚ ਵੀ ਇਹ ਵਾਅਦਾ ਕੀਤਾ ਸੀ ਕਿ ਅਸੀਂ ਹੁਣ ਡੈਫਿਸਿਟ ਕ੍ਰੀਏਟ ਕਰਾਂਗੇ ਔਰ ਨੈਕਸਟ ਇਲੈਕਸ਼ਨਾਂ ਤੋਂ ਪਹਿਲਾਂ ਅਸੀਂ ਬੁੱਕਸ ਬੈਲੈਂਸ ਕਰਾਂਗੇ ਜੀ। ਇਹ ਟੋਟਲੀ ਹੁਣ ਉਹ ਤੋਂ ਸ਼ਿਫਟ ਹੋ ਗਿਆ। ਅੱਛਾ, ਤੁਸੀਂ ਨੈਫਟਾ ਦੀ ਗੱਲ ਕੀਤੀ ਹੈ ਢੀਂਡਸਾ ਸਾਹਿਬ, ਜੇ ਆਪਾਂ ਦੇਖੀਏ ਨੈਫਟਾ ਦੇ ਮੁਕਾਬਲੇ ਉਹਦਾ ਟਾਕਰਾ ਕਰਨ ਦੇ ਲਈ ਜਿਹੜਾ ਸਿਰੇ ਅਜੇ ਤੱਕ ਨਹੀਂ ਚੜ ਰਿਹਾ, ਬਜਟ ਦੇ ਵਿੱਚ ਕੋਈ ਅਜਿਹਾ ਇਹਨਾਂ ਨੇ ਸ਼ਾਮਲ ਕੀਤੇ ਮੱਦ ਜਿਹਦੇ ਨਾਲ ਮੈਂ ਉਹੀ ਗੱਲ ਕਰ ਰਿਹਾ ਜੀ ਕਿ ਇਹ ਬਜਟ ਦੇ ਵਿੱਚ ਨਾ ਇਹਨਾਂ ਨੇ ਨੈਫਟਾ ਨੂੰ ਐਡਰੈਸ ਕੀਤਾ, ਨਾ ਬੈਲੈਂਸ ਬੁੱਕ ਕਰਨ ਦੀ ਗੱਲ ਕੀਤੀ ਹੈ, ਸਗੋਂ ਇਹ ਗੱਲ ਕੀਤੀ ਹੈ ਕਿ ਜਿਹੜਾ ਡੈਫਿਸਿਟ ਹੈ ਉਹ 27.5 ਬਿਲੀਅਨ ਤੋਂ ਘਟ ਕੇ 18.1 ਬਿਲੀਅਨ ਡਾਲਰ ਹੋ ਗਿਆ। ਐਂਡ ਉਹਨੂੰ ਇਹਨਾਂ ਨੇ ਜਿਹੜੀ ਮੇਜਰਮੈਂਟ ਇੱਦਾਂ ਕੀਤੀ ਹੈ ਕਿ ਇਟ ਸ਼ੁੱਡ ਬੀ ਰੇਸ਼ੋ ਟੂ GDP ਇਸ ਵੇਲੇ 30.1% ਹੈ। ਐਂਡ ਅਗਲੇ ਸਾਲ ਇਹ ਕਹਿੰਦੇ ਆ ਵੀ ਦੇ ਐਡਰੈਸ ਟੂ ਅਗੇਨ ਸੇਮ ਥਿੰਗ ਟੂ GDP ਡੈਫਿਸਿਟ ਵਿਲ ਬੀ ਅਰਾਊਂਡ 17 ਬਿਲੀਅਨ। ਐਂਡ ਜਦੋਂ ਇਹਨਾਂ ਨੇ ਇਲੈਕਸ਼ਨਾਂ 'ਚ ਜਾਣਾ ਦੈਨ ਦੇ ਵਿਲ ਹੈਵ ਓਵਰ 12 ਬਿਲੀਅਨ ਡਾਲਰਸ। ਜੀ, ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਸਰ, ਜੇ ਆਪਾਂ ਦੇਖੀਏ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਇਹ ਜਿਹੜਾ ਇਲੈਕਸ਼ਨਾਂ ਨੂੰ ਮੁੱਖ ਰੱਖ ਕੇ ਬਜਟ ਪੇਸ਼ ਕੀਤਾ ਗਿਆ, ਹਰ ਜਿਹੜਾ ਇਹਨਾਂ ਨੇ ਹੱਥ ਘੁੱਟ ਕੇ ਮੈਂ ਸਮਝਦਾ ਕਿ ਬਜਟ ਪੇਸ਼ ਕੀਤਾ, ਠੀਕ ਹੈ? ਦੇਖੋ ਡਿਪੈਂਡ ਕਰਦਾ ਤੁਸੀਂ ਕਿਹਦੇ ਨਾਲ ਗੱਲ ਕਰਦੇ ਹੋ। ਜਿਹੜੇ ਇਕੋਨੋਮਿਸਟ ਕੰਸੈਂਸਸ ਤਾਂ ਇਹ ਕਹਿ ਰਹੇ ਆ ਕਿ ਇਹਨਾਂ ਨੇ ਜਿਹੜੇ ਰੀਅਲ ਇਸ਼ੂ ਸੀ ਉਹਨਾਂ ਤੋਂ ਡੀਵੀਏਟ ਕੀਤਾ, ਉਹਨਾਂ ਨੂੰ ਐਡਰੈਸ ਨਹੀਂ ਕੀਤਾ। ਐਂਡ ਸਗੋਂ ਇਹ ਕੀਤਾ ਇੱਦਾਂ ਲੱਗਦਾ ਜਿੱਦਾਂ ਇਲੈਕਸ਼ਨ ਬਜਟ ਹੋਵੇ। ਫਾਰ ਐਗਜ਼ਾਮਪਲ ਇਹਨਾਂ ਨੇ ਵੂਮਨ ਨੂੰ ਜ਼ਿਆਦਾ ਐਡਰੈਸ ਕੀਤਾ ਕਿ ਵੂਮਨ ਐਂਟਰਪ੍ਰੈਨਿਓਰ ਚਾਹੀਦੀਆਂ, ਵੂਮਨ ਨੂੰ ਅਸੀਂ ਬਿਜ਼ਨਸ ਵਿੱਚ ਲਿਆਉਣਾ, ਵੂਮਨ ਨੂੰ ਵੱਧ ਅਧਿਕਾਰ ਚਾਹੀਦੇ ਆ, ਵੂਮਨ ਨੂੰ ਲਿੰਗ ਬਰਾਬਰੀ ਦੀ ਗੱਲ ਕਹਿ ਕੇ ਤਾਂ ਚੱਲੀ ਆ ਵੀ ਔਰਤਾਂ ਤੇ ਮਰਦਾਂ ਵਿੱਚ ਕੋਈ ਫਰਕ ਨਹੀਂ ਰੱਖਿਆ ਜਾਊਗਾ। 10 ਬਿਲੀਅਨ ਡਾਲਰ ਵੂਮਨਸ ਲਈ ਇਸ ਸਾਲ ਐਂਡ 15 ਬਿਲੀਅਨ ਡਾਲਰ ਨੈਕਸਟ ਈਅਰ। ਐਂਡ ਮੇਨਲੀ ਮੇਰਾ ਖਿਆਲ ਇਹੀ ਸਬਜੈਕਟ ਹੈ, ਵੋਟ ਕੈਚਿੰਗ ਸਿਚੁਏਸ਼ਨ ਲੱਗਦੀ ਹੈ। ਅੱਛਾ, ਇੱਕ ਜਿਹੜੀ ਇਹਨਾਂ ਨੇ ਜਨੇਪਾ ਜਦੋਂ ਬੱਚਾ ਹੁੰਦਾ ਜਿਹੜੀ ਛੁੱਟੀ ਆ ਉਹ ਹੁਣ ਇਹਨਾਂ ਨੇ ਮੇਰਾ ਖਿਆਲ ਔਰਤ ਦੇ ਨਾਲ ਨਾਲ ਮਰਦਾਂ ਦੀ ਵੀ ਜਿਹੜੀ ਆ 5 ਹਫ਼ਤੇ ਲਈ ਉਹਨਾਂ ਨੂੰ ਉਹ ਇਹ ਕਰ ਦਿੱਤਾ। ਅੱਗੇ ਹੁੰਦਾ ਸੀ ਕਿ ਤੁਸੀਂ ਐਕਸਟੈਂਡ ਕਰ ਸਕਦੇ ਹੋ, ਹੁਣ ਇਹਨਾਂ ਨੇ ਕਰਤਾ ਵੀ ਟੇਕ ਇਟ ਔਰ ਲੀਵ ਇਟ। ਓਕੇ, ਜੇ ਤੁਸੀਂ ਨਹੀਂ ਯੂਜ਼ ਕਰਦੇ ਤਾਂ ਦੈਟ ਵਿਲ ਬੀ ਗੋਨ, ਜੇ ਯੂਜ਼ ਕਰ ਲੈਂਦੇ ਤਾਂ ਠੀਕ ਹੈ। ਹਾਂਜੀ। ਅੱਛਾ, ਜਿਹੜਾ 20 ਸੈਂਟ ਦਾ ਫਰਕ ਸੀ ਜਿਹੜਾ ਤਨਖਾਹ ਦੇ ਵਿੱਚ ਉਹ ਦੱਸ ਰਹੇ ਨੇ ਵੀ ਆਮ ਤੌਰ 'ਤੇ ਮਰਦਾਂ ਨੂੰ 20 ਸੈਂਟ ਦਾ ਫਰਕ ਡਿਫਰੈਂਸ ਸੀ, ਉਹ ਇਹਨਾਂ ਨੇ ਬਰਾਬਰ ਲਿਆਂਦਾ, ਉਹਦੇ ਨਾਲ ਕੀ ਫਰਕ? ਦੇਖੋ ਇਹ ਸਟੈਪ ਤਾਂ ਹੈਗਾ ਵਧੀਆ, ਪਰ ਜਿਹੜੇ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਜਿਸ ਕੰਟੈਕਸਟ ਵਿੱਚ ਇਹ ਬਜਟ ਲਿਆਂਦਾ, ਬਜਟ ਰਿਫਲੈਕਸ਼ਨ ਇਹ ਦੇ ਰਿਹਾ ਕਿ ਇਹ ਇਲੈਕਸ਼ਨ ਬਜਟ ਹੈ। ਐਂਡ ਦੇ ਟਰਾਈ ਟੂ ਕੈਚ, ਫਾਰ ਐਗਜ਼ਾਮਪਲ ਜਦੋਂ ਮਿਊਨਿਸਪੈਲਿਟੀ ਨੂੰ ਜਿਹੜਾ 1.3 ਬਿਲੀਅਨ ਡਾਲਰ ਦਿੱਤਾ, ਉਹ 1.3 ਬਿਲੀਅਨ ਡਾਲਰ ਵੀ ਮੈਜੋਰਟੀ ਜਿੱਥੇ ਲਿਬਰਲ MPs ਚੁਣੇ ਆ ਉਹਨਾਂ ਦੇ ਵਿੱਚ ਉਹ ਗ੍ਰਾਂਟ ਚਲੇ ਜਾਣੀ ਹੈ। ਐਂਡ ਫਿਰ ਸਾਇੰਸ ਨੂੰ ਦਿੱਤਾ 3.4 ਬਿਲੀਅਨ ਫਾਰ 4 years। ਐਂਡ ਕੋਈ ਖਾਸ ਨਹੀਂ ਇਹ ਬਜਟ, ਇੰਨੀ ਉਹ ਅਟਰੈਕਸ਼ਨ ਨਹੀਂ ਜਿਹੜੀ ਐਕਸਪੈਕਟ ਕੀਤੀ ਜਾਂਦੀ ਸੀ। ਦੇਖੋ ਇਸ ਵੇਲੇ ਇਹਨਾਂ ਨੇ ਫਿਰ ਪ੍ਰੋਡਕਟ ਕੀਤਾ ਕਿ ਜਿਹੜਾ ਆਇਲ ਹੈ ਉਹ $57 ਨੂੰ ਪਰ ਬੈਰਲ ਹੋਏਗਾ। ਹੁਣ ਇਹ ਇਟਸ ਵੈਰੀ ਡਿਫੀਕਲਟ ਟੂ ਸੇ ਕਿ 57 ਨੂੰ ਰਹੂਗਾ, ਆਲ ਡਿਪੈਂਡਸ ਅਪਨ ਦੀ ਇੰਟਰਨੈਸ਼ਨਲ ਸਿਚੁਏਸ਼ਨ। ਬਿਲਕੁਲ। ਫਿਰ ਸਾਊਥ ਆਫ ਦੀ ਬਾਰਡਰ ਉਹਨਾਂ ਨੇ ਜਿਹੜਾ ਟੈਕਸ ਹੈ ਕਾਰਪੋਰੇਸ਼ਨਸ ਦਾ ਟੈਕਸਿਸ ਦੇ ਬ੍ਰੌਟ ਡਾਊਨ ਫਰੋਮ 35% ਤੋਂ 21%। ਐਂਡ ਇਹਨਾਂ ਨੂੰ ਇਹ ਐਡਰੈਸ ਕਰਨਾ ਚਾਹੀਦਾ ਸੀ ਜਿਹੜਾ ਕੰਪੀਟੀਸ਼ਨ ਹੈ
ਹੁਣ ਜਿਹੜਾ ਬਿਜ਼ਨਸਮੈਨ ਆ ਜੇ ਉਹਨੂੰ ਉੱਥੇ ਘੱਟ ਟੈਕਸ ਹੈ ਤੇ ਦੈਨ ਹੀ ਵਿਲ ਟਰਾਈ ਟੂ ਮੂਵ ਇਨ USA। ਜੀ ਅੱਛਾ, ਜਿਹੜੇ ਸਮਾਲ ਬਿਜ਼ਨਸਮੈਨ ਤੇ ਉਹਨਾਂ ਦੇ ਵੀ ਜਿਹੜੇ ਟੈਕਸ ਨੇ ਉਹਨਾਂ ਬਾਰੇ ਵੀ ਸਖਤ ਕੀਤੇ ਨੇ ਜਿਹੜੇ ਨਿਯਮ ਨੇ। ਦੇਖੋ ਇਹਨਾਂ ਦਾ 3rd ਬਜਟ ਹੈ। ਹਾਂਜੀ। ਇਸ ਬਜਟ ਤੋਂ ਪਹਿਲਾਂ ਇਹਨਾਂ ਨੇ ਹੀ ਟੁੱਕ ਦੀ ਇਨੀਸ਼ੀਏਟਿਵ ਟੂ ਐਡਰੈਸ ਦੀ ਸਮਾਲ ਬਿਜ਼ਨਸ ਜਿਹੜਾ ਪੈਸਿਵ ਇਨਵੈਸਟਮੈਂਟ। ਹਾਂਜੀ। ਪੈਸਿਵ ਇਨਵੈਸਟਮੈਂਟ ਨੂੰ ਜਦੋਂ ਉਹਦਾ ਵਿਰੋਧ ਬਹੁਤ ਹੋਇਆ ਨਾਓ ਹੀ ਬੈਕਡ ਆਫ। ਹੁਣ ਇਹਨੇ ਇਹ ਕੀਤਾ ਜਿਹੜੀ 50,000 ਪਹਿਲਾਂ ਤਾਂ 500,000 ਤੋਂ ਜਿਹਦੀ ਇਨਕਮ ਹੈ ਥੱਲੇ ਆ ਉਹਦਾ ਜਿਹੜਾ ਸਮਾਲ ਬਿਜ਼ਨਸ ਟੈਕਸ 10.5% ਤੋਂ ਘਟ ਕੇ 9% ਹੋ ਜਾਏਗਾ ਤੇ ਜਿਹੜੀ ਬਿਗ ਕਾਰਪੋਰੇਸ਼ਨਸ ਹੈ ਉਹਨਾਂ ਦਾ 15% ਹੈ। ਐਂਡ ਜਿਹੜਾ 50,000 ਤੱਕ ਆ ਪੈਸਿਵ ਇਨਵੈਸਟਮੈਂਟ ਵਾਲਿਆਂ ਦਾ ਉਹਦੇ 'ਚ ਉਹਨਾਂ ਨੂੰ ਇਹਨਾਂ ਨੇ ਸਿਰਫ ਛੋਟ ਦਿੱਤੀ ਹੈ। ਕਹਿਣ ਤੋਂ ਭਾਵ ਵੀ ਸੁਰਖੀ ਬਿੰਦੀ ਲਾਤੀ ਬਟ ਹੀ ਬੈਕਡ ਆਫ। ਆਮ ਤੌਰ ਤੇ ਜਿਹੜਾ ਆਮ ਕੈਨੇਡੀਅਨ ਲੋਕਾਂ ਲਈ ਇਹ ਬਜਟ ਦੇ ਵਿੱਚ ਸਭ ਤੋਂ ਵਧੀਆ ਚੀਜ਼ ਤੁਹਾਡੇ ਖਿਆਲ ਦੇ ਵਿੱਚ ਕਿਹੜੀ ਪੇਸ਼ ਕੀਤੀ ਹੈ ਜਿਹੜੀ ਆਮ ਲੋਕਾਂ ਨੂੰ ਬਹੁਤ ਫਾਇਦਾ ਪਹੁੰਚਾਏਗੀ? ਇਹ ਸੀ ਇੱਦਾਂ ਲੱਗਦਾ ਵੀ ਬਜਟ ਫॉर ਲਿਟਲ ਬਿਟ ਫॉर ਐਵਰੀਬੋਡੀ ਐਂਡ ਨਥਿੰਗ ਫॉर ਐਵਰੀਬੋਡੀ। ਐਂਡ ਇਹ ਕਹਿੰਦੇ ਆ ਪੇ ਇਕੁਇਟੀ, ਅਸੀਂ ਪੇ ਇਕੁਇਟੀ ਥੱਲੇ ਆ ਮੋਟੇ ਲਫ਼ਜ਼ਾਂ 'ਚ ਲਿਖਿਆ ਐਂਡ ਗਰੋਥ ਜਿਹੜੀ ਆ ਉਹ ਛੋਟੇ ਲਫ਼ਜ਼ਾਂ 'ਚ ਲਿਖਿਆ ਆ। ਐਂਡ ਗਰੋਥ ਕਿੰਨੀ ਹੁੰਦੀ ਆ ਐਂਡ ਮੇਨਲੀ ਇਸ ਵੇਲੇ ਦੇਖੋ ਜਿਹੜੇ ਇਕੋਨੋਮਿਸਟ ਜਿਹਦੇ ਬਾਰੇ ਵਰੀਡ ਹੈ ਇਸ ਵੇਲੇ $630 ਬਿਲੀਅਨ ਡੈਟ ਆ ਉਹ ਅਗਲੇ ਸਾਲ ਵੱਧ ਕੇ $751 ਬਿਲੀਅਨ ਹੋ ਜਾਣਾ। ਐਂਡ $37,000 ਪਰ ਪਰਸਨ ਡੈਟ ਆ ਕੈਨੇਡੀਅਨਸ ਦੇ ਉੱਤੇ। ਹਰ ਬੰਦੇ ਜਿਹੜਾ ਅੱਜ ਬੱਚਾ ਜੰਮਦਾ ਉਹਦੇ ਸਰ ਉਹਨੂੰ ਉਹਨੂੰ ਬਿਲਕੁਲ ਨਹੀਂ ਐਡਰੈਸ ਕੀਤਾ, ਉਹਨੂੰ ਟੱਚ ਵੀ ਨਹੀਂ ਕੀਤਾ। ਉਹਨੂੰ ਟੱਚ ਨਹੀਂ ਕਰ ਸਕਦੇ ਜਿੰਨਾ ਚਿਰ ਡੈਫਿਸਿਟ ਬੈਲੈਂਸ ਨਹੀਂ ਹੁੰਦਾ। ਜਦੋਂ ਡੈਫਿਸਿਟ ਬੈਲੈਂਸ ਹੋ ਜਾਏ ਦੈਨ ਦੇ ਸ਼ੁੱਡ ਸਟਾਰਟ ਟੂ ਪੇ ਆਫ ਦੀ ਡੈਟ। ਐਂਡ ਡੈਟ ਬਾਰੇ ਇਹਨਾਂ ਗੱਲ ਹੀ ਨਹੀਂ ਕੀਤੀ। ਐਂਡ ਫਿਰ ਡੈਟ ਫਿਰ ਗਰੋ ਹੋਣਾ ਵਧਣਾ। ਸੋ ਆਈ ਥਿੰਕ ਓਵਰਆਲ ਕੰਸੈਂਸਸ ਇਹ ਬਜਟ ਦੇ ਬਾਰੇ ਵਾਲੀ ਕੋਈ ਪੋਜ਼ੀਟਿਵ ਨਹੀਂ ਹੈ ਕੋਈ ਵੀ ਨਿਊਜ਼। ਹਾਂ ਇੱਕ ਜ਼ਰੂਰ ਹੈ ਜਿਸ ਮਕਸਦ ਦੇ ਨਾਲ ਉਹਨਾਂ ਨੇ ਇਹ ਕੀਤਾ ਉਹ ਇਲੈਕਸ਼ਨ ਬਜਟ ਕਹਿ ਸਕਦੇ ਹਾਂ। ਜੀ ਢੀਂਡਸਾ ਸਾਹਿਬ ਸਵਾਲ ਹੋਰ ਵੀ ਨੇ ਆਪਣੇ, ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ। ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਹੁਣੀ ਵਾਪਸ ਆਏ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਅੱਜ ਨਾਲ ਸਾਡੀ ਗੱਲਬਾਤ ਹੋ ਰਹੀ ਆ ਕੈਨੇਡਾ ਦੇ ਬਜਟ ਸੰਬੰਧੀ। ਨਿਰਮਲ ਢੀਂਡਸਾ ਜੀ ਸਾਡੇ ਮਹਿਮਾਨ ਨੇ। ਅੱਛਾ ਢੀਂਡਸਾ ਸਾਹਿਬ, ਜਦੋਂ ਇਲੈਕਸ਼ਨ ਹੋਈ ਸੀ ਉਸ ਟਾਈਮ ਲੇਬਰ ਪਾਰਟੀ ਦਾ ਇੱਕੋ ਮੁੱਦਾ ਸੀ ਕਿ ਅਸੀਂ ਜਿਹੜੇ ਮੱਧ ਵਰਗੀ ਮਿਡਲ ਵਰਗ ਦੇ ਲੋਕ ਨੇ ਅਸੀਂ ਉਹਨਾਂ ਦੀ ਸਾਰ ਲਵਾਂਗੇ। ਜੇ ਅਸੀਂ ਦੇਖੀਏ ਸਮਾਲ ਬਿਜ਼ਨਸ ਜਿਹੜੇ ਨੇ ਉਹ ਵੀ ਮੱਧ ਵਰਗੀ ਲੋਕ ਚਲਾ ਰਹੇ ਉਹਨਾਂ ਲੋਕਾਂ ਲਈ ਕੀ ਕੀਤਾ ਇਸ ਬਜਟ ਦੇ ਵਿੱਚ? ਅਸਲ ਵਿੱਚ ਭੁੱਲਰ ਸਾਹਿਬ ਸਾਰੀਆਂ ਪਾਰਟੀਆਂ ਹਾਂਜੀ everybody is talking about middle class ਗੱਲ ਕਰ ਲਓ ਤੁਸੀਂ ਕੰਜ਼ਰਵੇਟਿਵ ਪਾਰਟੀ ਉਹ ਵੀ ਮਿਡਲ ਕਲਾਸ ਦੀ ਗੱਲ ਕਰਦੇ ਆ। ਐਂਡ ਉਹ ਇਹ ਸਮਝਦੇ ਆ ਕਿ ਮੈਜੋਰਟੀ ਜਿਹੜੀ ਵੋਟ ਆ ਵੋਟ ਬੈਂਕ ਹੈ ਜਿਹੜਾ ਉਹ ਮਿਡਲ ਕਲਾਸ ਹੈ ਐਂਡ ਦੇ ਆਰ ਐਡਰੈਸਿੰਗ ਟੂ ਮਿਡਲ ਕਲਾਸ। ਪਰ ਮੈਨੂੰ ਤਾਂ ਇਹਦੇ ਇਸ ਬਜਟ ਵਿੱਚ ਕੁਛ ਨਹੀਂ ਲੱਗਿਆ ਮਿਡਲ ਕਲਾਸ ਲਈ। ਕਿਉਂਕਿ ਮਿਡਲ ਕਲਾਸ ਲਈ ਦੇਖੋ ਨਾ ਤਾਂ ਇਹਨਾਂ ਨੇ ਕੋਈ ਟੈਕਸਿਸ ਥੱਲੇ ਲਿਆਂਦੇ ਆ। ਜਿਹੜਾ ਕੰਪੀਟੀਸ਼ਨ 'ਚ ਟੈਕਸਿਸ ਲਿਆਉਣੇ ਬਹੁਤ ਇੰਪੋਰਟੈਂਟ ਹੈ। ਹੁਣ ਫॉर ਐਗਜ਼ਾਮਪਲ ਮੈਂ ਜਿੱਦਾਂ ਪਹਿਲੋਂ ਵੀ ਦੱਸਿਆ ਕਿ ਅਮਰੀਕਾ 'ਚ ਕਾਰਪੋਰੇਸ਼ਨ ਟੈਕਸ 35% ਤੋਂ 21% ਹੈ। ਜਿਹੜਾ ਪਰਸਨਲ ਹਾਇਰ ਟੈਕਸ ਹੈ ਉਹ ਅਮਰੀਕਾ ਦੇ ਵਿੱਚ 35% ਹੈ ਐਂਡ ਕੈਨੇਡਾ ਵਿੱਚ 53% ਹੈ। ਮਤਲਬ ਜਿਹੜਾ ਹਾਊ ਕੈਨ ਯੂ ਕੰਪੀਟ? ਸੋ ਇਸ ਲਈ ਦੇ ਡਿਡ ਨਾਟ ਐਡਰੈਸ। ਆਈ ਥਿੰਕ ਇਹ ਬੁਰੀ ਤਰ੍ਹਾਂ ਫੇਲ ਹੋਇਆ ਜੀ ਇਹ ਬਜਟ। ਦੂਜੇ ਪਾਸੇ ਦੇਖੋ ਸਮਾਲ ਬਿਜ਼ਨਸਮੈਨਾਂ ਤੇ ਜੇ ਹੋਰ ਸਕੰਜਾ ਕਸਣਗੇ ਤੇ ਉਹਦੇ ਨਾਲ ਕਿਵੇਂ ਜਿਹੜੇ ਆਮ ਲੋਕਾਂ ਨੇ ਮੱਧ ਵਰਗੀ ਲੋਕ ਨੇ ਜਿਨ੍ਹਾਂ ਦੇ ਕਾਰੋਬਾਰ ਚੱਲਦੇ ਨੇ ਉਹ ਕਿਸ ਤਰੀਕੇ ਨਾਲ ਅੱਗੇ ਵਧਣਗੇ? ਫਿਰ ਦੇਖੋ ਜਿਹੜਾ ਸਮਾਲ ਬਿਜ਼ਨਸ ਹੈ ਉਹ ਜਿਹੜੇ ਮੱਧ ਵਰਗੀ ਲੋਕ ਆ ਮਿਡਲ ਕਲਾਸ ਹੈ ਉਹ ਤਾਂ ਇਹਨੂੰ ਯੂਜ਼ ਨਹੀਂ ਕਰਦੀ। ਯੂਜ਼ ਕਰਦੇ ਆ ਜਿਹੜੇ ਡਾਕਟਰਸ ਹੋਏ, ਲਾਇਰਸ ਹੋਏ, ਇੰਜੀਨੀਅਰਸ ਹੋਏ ਜਾਂ ਧਨਾੜ ਬੰਦੇ ਆ ਜਿਹੜੇ ਉਹ ਕਾਰਪੋਰੇਸ਼ਨ ਕਰਕੇ ਦੇ ਸੇਵ ਮਨੀ। ਦੇਰ ਆਰ ਸੋ ਮੈਨੀ ਆਮ ਲੋਕ ਨਹੀਂ ਉਹਦੇ ਵਿੱਚ। ਆਮ ਲੋਕਾਂ ਨੇ ਦੇਖੋ ਕਿੰਨੇ ਲੋਕੀ ਵਰਕਰ ਆ ਉਹ ਕੀ ਇਹਨੂੰ ਉਹ ਹਾਊ ਦੇ ਗੋਨਾ ਯੂਜ਼ ਇਟ। ਇਹ ਤਾਂ ਉਹੀ ਕਰੂਗਾ ਜਿਹੜਾ ਬਿਜ਼ਨਸ 'ਚ ਹੈ ਸਮਾਲ ਬਿਜ਼ਨਸ ਹੈ। ਇੱਕ ਤਾਂ ਹੈਗਾ ਸਮਾਲ ਬਿਜ਼ਨਸਮੈਨ, ਇੱਕ ਹੈਗਾ ਜਿਹੜੇ ਹਾਈਐਸਟ ਪੇਡ ਜਿੱਦਾਂ ਡਾਕਟਰਸ ਹੋਏ, ਲਾਇਰਸ ਹੋਏ ਜਿਨ੍ਹਾਂ ਦੀ ਉਹ ਹਾਈਡ ਕਰਦੇ ਆ। ਫॉर ਐਗਜ਼ਾਮਪਲ
ਜੇ ਆਪਣੀ ਵਾਈਫ ਦੇ ਨਾਂ ਤੇ ਪਾ ਦੇਣੀ ਵੇਜਸ, ਬੱਚਿਆਂ ਦੇ ਨਾਂ ਤੇ ਵੇਜਸ ਪਾ ਦੇਣੀਆਂ। ਹਾਂ, ਪਰ ਉਹ ਸਾਰੇ ਨਹੀਂ ਆਪਾਂ ਕਹਿ ਸਕਦੇ, ਉਹਦੇ 'ਚ ਕੁਝ ਹੋ ਸਕਦੇ ਨੇ ਸਾਰੇ। ਮੈਂ ਜਾਣਦਾ ਕਿ ਬਹੁਤ ਸਾਰੇ ਹਿਊਮਨ ਨੇਚਰ ਹੈ ਜੀ। ਜੇ ਸੇਵ ਜਿਹੜਾ ਕੋਈ ਕਰਨਾ ਚਾਹਵੇ, ਹਾਂ, ਜਿੱਥੇ ਕੋਈ ਲੀਗਲੀ ਤੌਰ ਤੇ ਜਿਸ ਤਰੀਕੇ ਨਾਲ ਬਚਾਉਣਾ ਚਾਹੁੰਦੇ ਨੇ, ਉਹ ਕਾਨੂੰਨੀ ਤੌਰ ਤੇ ਵੀ ਬਹੁਤ ਸਾਰੇ ਪੈਸੇ ਬਚਾ ਲੈਂਦੇ ਨੇ ਇਸ ਤਰੀਕੇ ਦੇ ਨਾਲ। ਇੱਕ ਤਰ੍ਹਾਂ ਦੀ ਅਸੀਂ ਕਹਾਂਗੇ ਜਿਹੜਾ ਸਿਸਟਮ ਆ ਜਿਹਦੇ ਵਿੱਚ ਉਹ ਪੈਸੇ ਆਪਦੀ ਬਚਤ ਕਰ ਸਕਦੇ। ਇਹਨੂੰ ਉਹ ਐਡਰੈਸ ਬਜਟ ਤੋਂ ਪਹਿਲਾਂ ਇਹਨਾਂ ਨੇ ਇਹ ਮੁੱਦਾ ਉਠਾਇਆ ਸੀ। ਹਾਂਜੀ, ਫਾਈਨਾਂਸ ਮਿਨਿਸਟਰ ਨੇ, ਪ੍ਰਧਾਨ ਮੰਤਰੀ ਨੇ ਵੀ। ਉਹ ਤੋਂ ਬਾਅਦ ਫਿਰ ਤਿੱਖਾ ਵਿਰੋਧ ਹੋਣ ਤੋਂ ਬਾਅਦ ਦੇ ਬੈਕਡ ਆਫ। ਅੱਛਾ, ਇੱਕ ਜਗਮੀਤ ਸਿੰਘ ਜਿਹੜੇ ਨੇ NDP ਪਾਰਟੀ ਦੇ ਆਗੂ ਨੇ, ਉਹਨਾਂ ਨੇ ਇੱਕ ਫਾਰਮਾ ਕੇਅਰ ਦੀ ਗੱਲ ਕੀਤੀ ਸੀ, ਹੈ ਜੀ। ਅਤੇ ਹੁਣ ਉਹ ਜਿਹੜੇ ਮੁੱਦੇ ਉਹ ਉਠਾਉਣੇ ਚਾਹੁੰਦੇ ਵੀ ਸਾਡੀ ਸਰਕਾਰ ਰਹੀ ਸੀ ਐਂ ਕਰਾਂਗੇ, ਅਤੇ ਇਹ ਵੀ ਇਹ ਬਜਟ ਤੋਂ ਬਾਅਦ ਲੱਗਦਾ ਕਿ ਦੇਖੋ ਇਹ ਜਿਹੜਾ ਬਜਟ ਹੈ, ਇਹ ਬਜਟ ਮੋਸਟਲੀ ਲੈਫਟ ਲੀਨੀਅੰਟ NDP ਜਿਹੜਾ ਵੋਟਰ ਆ ਉਹਨੂੰ ਐਡਰੈਸ ਕਰਦਾ। ਕਿਉਂਕਿ ਜਿਹੜਾ ਪਿਛਲੀ ਇਲੈਕਸ਼ਨਾਂ ਦੇ ਵਿੱਚ ਵੀ ਇੱਦਾਂ ਕੀਤਾ ਟਰੂਡੋ ਨੇ। ਜਿਹੜਾ NDP ਦਾ ਬਜਟ ਸੀ ਸਾਰਾ ਖੋਹ ਕੇ ਲੈ ਗਿਆ। ਉਹ ਜਿਹੜੇ NDP ਦੇ ਸਲੋਗਨ ਸੀ, ਸਾਰੇ ਮੁੱਦੇ ਸੀ, ਉਹਨਾਂ ਸਾਰੇ ਜਿਹੜੇ ਮੁੱਦੇ ਸੀ ਸਾਰੇ ਟਰੂਡੋ ਨੇ ਬੜੇ ਅਗਰੈਸਿਵਲੀ ਉਠਾਏ। ਅਤੇ NDP ਉਹਦੇ 'ਚ ਲੋਕ ਕੀ ਪ੍ਰੋਫਾਈਲ ਰੱਖੀ। ਹੁਣ ਇਹਨੇ ਜਗਮੀਤ ਨੇ ਆਹ ਉਠਾਇਆ ਸੀ ਮੁੱਦਾ। ਹਾਂਜੀ, ਇਹਨੂੰ ਇਹਨਾਂ ਨੇ ਉਹ ਫਾਰਮਾ ਕੇਅਰ ਇਹ ਕਹਿਤਾ ਜੀ ਕਿ ਜਿਹੜਾ ਓਨਟਾਰੀਓ ਦਾ ਫਾਈਨਾਂਸ ਮਿਨਿਸਟਰ ਹੈ, ਜਿਹੜੇ ਰਿਜ਼ਾਈਨ ਕਰ ਗਿਆ ਮਿਸਟਰ ਹੌਸਕਿਨ, ਉਹ ਸਟੱਡੀ ਕਰਨਗੇ ਫਾਰਮਾ ਕੇਅਰ ਨੂੰ। ਮਤਲਬ ਫਾਰਮਾ ਕੇਅਰ ਦਾ ਇਹਨਾਂ ਨੇ ਟਰਾਈ ਕੀਤੀ ਆ ਵੀ ਦੈਟ ਇਜ਼ ਆਵਰ ਇਸ਼ੂ ਐਂਡ ਵੀ ਵਿਲ ਐਡਰੈਸ ਇਟ। ਇਹ ਲਿਬਰਲ ਵਿਚਾਲੇ ਤੱਕ NDP ਵਿਚਾਲੇ ਟਗ ਆਫ ਵਾਰ ਆ। They always try to get the NDP voter and NDP will try to get the liberal voter. ਤੁਸੀਂ ਇਹਨੂੰ ਇਲੈਕਸ਼ਨਾਂ ਨਾਲ ਜੋੜ ਰਹੇ ਹੋ ਇਸ ਬਜਟ ਨੂੰ। ਤੁਸੀਂ ਸਮਝਦੇ ਹੋ ਕਿ ਜਿਹੜਾ ਇਹ ਬਜਟ ਪੇਸ਼ ਕੀਤਾ ਇਹ ਵੋਟਰਾਂ ਨੂੰ ਪ੍ਰਭਾਵਿਤ ਕਰੂਗਾ? ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਜੀ। ਪਰ ਸਿਚੁਏਸ਼ਨ ਇੱਦਾਂ ਹੀ ਲੱਗਦੀ ਆ ਕਿ 50% ਤਾਂ ਵੂਮਨ ਆ। ਇਹਨਾਂ ਨੇ ਹੁਣ ਦੇਖੋ ਹੋਰ ਕਿਸੇ ਮਿਨੋਰਟੀਜ਼ ਲਈ ਨਹੀਂ ਰੱਖਿਆ, ਹੋਰ ਕੋਈ ਕਿਸੇ ਕੁਛ ਨਹੀਂ ਕੀਤਾ। $10 ਬਿਲੀਅਨ ਇਸ ਸਾਲ ਵੂਮਨ ਲਈ ਰੱਖ ਦਿੱਤਾ ਵੀ ਉਹਨਾਂ ਨੂੰ ਅਸੀਂ ਐਜੂਕੇਸ਼ਨ ਦੇਵਾਂਗੇ, ਉਹਨਾਂ ਨੂੰ ਅਸੀਂ ਐਂਟਰਪ੍ਰੈਨਿਓਰ ਅਸੀਂ ਬਿਜ਼ਨਸ ਲਈ ਲਿਆਵਾਂਗੇ, ਉਹਨਾਂ ਨੂੰ ਰਿਸਰਚ ਲਈ ਦੇਵਾਂਗੇ। 15 ਬਿਲੀਅਨ ਅਗਲੇ ਸਾਲ ਕਰਤਾ। ਐਂਡ ਇਹੀ ਨਾ ਤਾਂ ਕੋਈ ਅਨਪਲਾਇਡ ਨੂੰ ਕਿਸੇ ਅਨਪਲਾਇਡ ਨੂੰ ਐਡਰੈਸ ਕੀਤਾ, ਨਾ ਵੈਲਫੇਅਰ ਵਾਲੇ ਨੂੰ ਐਡਰੈਸ ਕੀਤਾ, ਨਾ GIC ਜਿਹੜਾ ਸਪਲੀਮੈਂਟਰੀ ਵਾਲੇ ਉਹਨਾਂ ਨੂੰ। ਪਰ ਇਹਨਾਂ ਸਮਰ ਜੋਬਾਂ ਦਾ ਵੀ ਮੇਰਾ ਖਿਆਲ ਆ ਉਹਦੀ ਦੁੱਗਣੀ ਕਰਤੀ ਹੈ ਗਿਣਤੀ, ਜਿਹੜੇ ਸਮਰ ਜੋਬਾਂ ਦੇ ਵਿੱਚ ਜਿਹੜੇ ਜੋਬਾਂ ਦਿੰਦੇ ਸੀ ਨਾ ਉਹਦੇ ਲਈ ਫੰਡ 'ਚ ਦੇਖੋ ਉਹ ਆ ਇਸ ਵੇਲੇ ਜਿਹੜੀ ਕੈਨੇਡੀਅਨ ਜੋ ਇਕੋਨੋਮਿਸਟ ਕਹਿ ਰਿਹਾ ਉਹ ਇਹ ਕਹਿ ਰਿਹਾ ਵੀ ਜਿਹੜੀ ਕੈਨੇਡੀਅਨ ਇਕੋਨਮੀ ਇਸ ਵੇਲੇ ਫੁੱਲ ਸਪੀਡ ਨਾਲ ਜਾ ਰਹੀ ਹੈ। ਅਨਪਲੋਇਮੈਂਟ ਹਿਸਟੋਰੀਕਲੀ ਲੋ ਆ। ਇਨਫਰਾਸਟਰਕਚਰ ਦੀ ਹੁਣ ਲੋੜ ਨਹੀਂ ਜਿਹੜੀ ਇਹਨਾਂ ਨੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਸਲੋਗਨ ਦਿੱਤਾ ਸੀ। ਐਂਡ ਕੱਲ੍ਹ ਨੂੰ ਕਿਉਂਕਿ ਇੰਟਰਸਟ ਰੇਟ ਇਜ਼ ਗੋਇੰਗ ਅਪ ਐਂਡ ਨੈਫਟਾ ਦੀ ਜੇ ਸਿਚੁਏਸ਼ਨ ਹੋ ਗਈ, ਉਹਦੇ ਲਈ ਕੈਨੇਡਾ ਸਰਕਾਰ ਨੂੰ ਰੈਡੀ ਹੋਣਾ ਚਾਹੀਦਾ ਸੀ। ਇਸ ਬਜਟ ਵਿੱਚ ਐਡਰੈਸ ਕਰਨਾ ਚਾਹੀਦਾ ਸੀ ਇੰਨੇ ਜਿਹੜਾ ਡੈਫਿਸਿਟ ਹੈ ਅਤੇ ਡੈਟ, ਉਹਨੂੰ ਇਹਨਾਂ ਨੇ ਨਹੀਂ ਕੀਤਾ। ਐਂਡ ਵਿਸ਼ ਦਮ ਗੁੱਡ ਲੱਕ। ਅੱਛਾ, ਇੱਕ ਇਹਨਾਂ ਨੇ ਨਸ਼ਿਆਂ ਦੇ ਓਵਰਡੋਜ਼ ਲਈ 231 ਮਿਲੀਅਨ ਰੱਖੇ ਨੇ। ਹਾਂਜੀ, ਉਹਨਾਂ ਨੂੰ ਠੱਲ ਪਾਉਣ ਦੇ ਲਈ ਕੀ ਤੁਹਾਡੇ ਖਿਆਲ ਦੇ ਵਿੱਚ ਇਹ ਜਿਹੜਾ ਫੰਡ ਜੇ ਨੇ ਕਾਫੀ ਨੇ ਇਹ ਨਸ਼ਿਆਂ ਨੂੰ ਕੰਟਰੋਲ ਕਰਨ ਲਈ? ਇਹ ਤਾਂ ਜੀ ਹੁਣ ਜੁਲਾਈ ਵਿੱਚ ਇਹਨਾਂ ਨੇ ਕਰਨਾ ਉਹ ਜਿਹੜੀ ਭੰਗ ਦਾ ਹਾਂਜੀ ਭੰਗ ਦਾ ਇੰਟਰੋਡਿਊਸ ਕਰਨਾ। ਉਹਦੇ ਵੱਲੋਂ ਇਹ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਕਿ ਉਹਨੂੰ ਕਿੱਦਾਂ ਐਡਰੈਸ ਕਰਨਾ। ਜਦੋਂ ਜਿਹਨੇ ਸ਼ਰਾਬ ਪੀਤੀ ਹੈ, ਇੰਪੇਅਰਡ ਡਰਾਈਵਿੰਗ, ਕੀ ਉਹ ਭੰਗ ਦੇ ਨਾਲ ਵੀ ਇੰਪੇਅਰਡ ਡਰਾਈਵਿੰਗ ਨੂੰ, ਸੋ ਉਹਦੇ ਲਈ ਇਹ ਫੰਡ ਕਿੰਨਾ ਸਫੀਸ਼ੀਐਂਟ ਹੈ ਜਾਂ ਨਹੀਂ, ਇਹ ਮੇਰਾ ਖਿਆਲ ਆਉਣ ਵਾਲੀ ਗਾਂ ਸਟੱਡੀ ਦੱਸੂਗੀ। ਅੱਛਾ, ਇਹਦੇ ਨਾਲ ਹੀ ਇੱਕ ਗੱਲ ਹੈ, ਜਿਹੜਾ ਤੰਬਾਕੂ ਵਗੈਰਾ ਜਿਹੜੇ ਉਤਪਾਦ ਕਰਦੇ ਨੇ ਉਹਨਾਂ 'ਤੇ ਟੈਕਸ ਵਧਾਇਆ, ਅਤੇ ਮੇਰੇ ਖਿਆਲ 'ਚ ਇਹਦਾ ਤਾਂ ਹਰ ਇੱਕ ਨੇ ਸਵਾਗਤ ਕੀਤਾ। ਉਹ ਇਹਨਾਂ ਨੇ ਕੀਤਾ ਮੇਰਾ ਖਿਆਲ ਇੱਕ 10 ਗ੍ਰਾਮ ਦੇ ਉੱਤੇ $1 ਆ ਐਂਡ ਪਲੱਸ GST ਐਂਡ ਦੈਟ ਵਿਲ ਵੀ ਕਾਫੀ ਮਹਿੰਗਾ ਹੋਣਾ ਜਿਹਨੇ ਸਮੋਕ ਕਰਨੀ ਹੈ। ਇਟ ਆਲ ਡਿਪੈਂਡਸ। ਫਿਰ ਇਹ ਉਹਦੇ 'ਚ ਇਹਨਾਂ ਨੇ ਵੀ ਟਰਾਈ ਕੀਤੀ ਹੈ ਕਿ ਬਲੈਕ ਮਾਰਕੀਟ ਨੂੰ ਅਸੀਂ ਐਡਰੈਸ ਕਰਨਾ। ਇਹ ਨਾ ਹੋਵੇ ਵੀ ਅਸੀਂ ਇੰਨੇ ਦਾ ਵੇਚੀਏ ਤਾਂ ਬਲੈਕ ਮਾਰਕੀਟ ਸਸਤਾ ਵੇਚ ਦੇਵੇ ਤਾਂ ਸਾਡਾ। ਸੋ ਦੇ ਆਰ ਸਟਿਲ ਜਗਲਿੰਗ ਅਰਾਊਂਡ। ਢੀਂਡਸਾ ਸਾਹਿਬ, ਸਵਾਲ ਅਜੇ ਬਾਕੀ ਨੇ। ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਅਸੀਂ ਚੰਦ ਕਮਰਸ਼ਲਾਂ ਤੋਂ ਬਾਅਦ ਵਾਪਸ ਮੁੜਦੇ ਹਾਂ।
ਬ੍ਰੇਕ ਤੋਂ ਬਾਅਦ ਅਸੀਂ ਹਾਜ਼ਰ ਹਾਂ। ਸਾਡੀ ਗੱਲਬਾਤ ਚੱਲ ਰਹੀ ਹੈ ਕੈਨੇਡਾ ਦੇ ਬਜਟ ਸੰਬੰਧੀ। ਅੱਛਾ ਢੀਂਡਸਾ ਸਾਹਿਬ, ਜੇ ਦੇਖੀਏ ਬਜਟ ਨੂੰ ਬਹੁਤ ਬਰੀਕੀ ਦੇ ਨਾਲ, ਇਹਦੇ 'ਚ ਸਭ ਤੋਂ ਜ਼ਿਆਦਾ ਮੈਂ ਸਮਝਦਾ ਕਿ ਜਿਹੜਾ ਔਰਤਾਂ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ ਗਿਆ। ਜਿਵੇਂ ਆਪਾਂ ਪਹਿਲਾਂ ਗੱਲ ਕਰਦੇ, ਮੇਰਾ ਖਿਆਲ ਮੈਂ 80 ਸੈਂਟ ਕਹਿੰਦੇ, ਅਸਲ 88 ਸੈਂਟ ਤੋਂ 12 ਸੈਂਟ ਤੱਕ ਤਾਂ ਉਹ ਉਹਨਾਂ ਨੂੰ ਫਰਕ ਆ, ਜਣੇਪਾ ਛੁੱਟੀ ਮਿਲਿਆ। ਹੋਰ ਵੀ ਬਹੁਤ ਸਾਰੀਆਂ ਜੇ ਆਪਾਂ ਦੇਖੀਏ ਬਰੀਕੀ ਨਾਲ ਬਜਟ 'ਤੇ ਘੋਖ ਕਰੀਏ ਦੀ, ਔਰਤਾਂ ਵੱਲ ਕਿਉਂ ਜ਼ਿਆਦਾ ਧਿਆਨ ਦਿੱਤਾ ਗਿਆ ਇਹਦੇ 'ਚ? ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਜੇ ਔਰਤਾਂ ਦੀ ਗੱਲ ਕੀਤੀ ਆ, ਇਹ ਪ੍ਰੋਗਰੈਸਿਵ ਸਟੈਪ ਆ, ਇਹ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਪੇ ਐਕੁਇਟੀ ਬਰਾਬਰ ਦੀ ਹੋਣੀ ਚਾਹੀਦੀ ਹੈ। ਜੇ ਸੇਮ ਵਰਕ ਲਈ ਸੇਮ ਪੇ ਮਿਲਣੀ ਚਾਹੀਦੀ ਹੈ, ਦੈਟਸ ਪੋਜ਼ਿਟਿਵ ਹੈ। ਦੂਸਰਾ ਇਹ ਆ ਕਿ ਇਕੱਲਾ ਹੀ ਔਰਤਾਂ ਬਾਰੇ ਕਾਹਤੇ ਗੱਲ ਕੀਤੀ ਹੈ, ਵਾਰ-ਵਾਰ ਗੱਲ ਆ ਰਹੀ ਹੈ, ਉਹ ਇਸ ਕਰਕੇ ਕੀਤੀ ਜਾ ਰਹੀ ਹੈ ਕਿ 50% ਵੋਟਰ ਨੇ, ਤਾਂ ਕਿ ਅਸੀਂ ਉਹਨਾਂ ਦੀਆਂ ਵੋਟਾਂ ਵੀ ਲੈ ਸਕੀਏ। ਉਹਦੇ ਕਰਕੇ ਮੈਂ ਇਹ ਸਮਝਣਾ ਵੀ ਉਹਦੇ ਕਰਕੇ ਇਹ ਕੀਤਾ ਜਾ ਰਿਹਾ। ਅਦਰਵਾਈਜ਼ ਇਹ ਗੱਲਾਂ ਸਾਰੀ ਕੰਜ਼ਰਵੇਟਿਵ ਪਾਰਟੀ ਵੀ ਕਰਦੀ ਸੀ, ਇਹ ਵੀ ਕਰਦੇ ਆ, ਪਰ ਲਿਬਰਲ ਵਾਲੇ ਜ਼ਿਆਦਾ ਇਹਨੂੰ ਇਨੀਸ਼ੀਏਟਿਵ ਲੈ ਰਹੇ ਆ। ਨਹੀਂ, ਹੁਣ ਕੰਜ਼ਰਵੇਟਿਵ ਪਾਰਟੀ ਵਾਲਿਆਂ ਦਾ ਕੀ ਰਿਐਕਸ਼ਨ ਹੈ ਇਸ ਬਜਟ 'ਤੇ? ਕੰਜ਼ਰਵੇਟਿਵ ਪਾਰਟੀ ਦਾ ਬੜਾ ਸਟਰੋਂਗ ਰਿਐਕਸ਼ਨ ਹੈ ਕਿ ਜੇ ਹਾਰਪਰ ਹੁੰਦਾ ਜਾਂ ਹੁਣ ਮਿਸਟਰ ਸ਼ੇਰ ਆ, ਉਹ ਐਡਰੈਸ ਉਹਨਾਂ ਦਾ ਟੋਟਲੀ ਆਈਡੀਓਲੋਜੀਕਲੀ ਡਿਫਰੈਂਸ ਹੈ। ਇਹ ਜਿਹੜਾ ਬਜਟ ਸੀ, ਇਹ ਲੈਫਟ ਲੀਨੀਅੰਟ NDP ਜਿਹੜਾ ਵੋਟਰ ਆ ਉਹਨਾਂ ਨੂੰ ਐਡਰੈਸ ਕਰਦਾ, ਲਿਬਰਲ ਨੂੰ ਤਾਂ ਕਰਨਾ ਹੀ ਆ। ਐਂਡ ਜਿਹੜਾ ਕੰਜ਼ਰਵੇਟਿਵ ਦਾ ਹੋਣਾ ਸੀ, ਉਹ ਕੰਜ਼ਰਵੇਟਿਵ ਪਾਰਟੀ ਨੂੰ, ਕੰਜ਼ਰਵੇਟਿਵ ਜਿਹੜੇ ਲੋਕੀ ਆ, ਅਪਰ ਕਲਾਸ ਹੈ, ਉਹਨਾਂ ਨੂੰ ਐਡਰੈਸ ਹੋਣਾ ਸੀ, ਨੰਬਰ 1। ਦੂਸਰਾ ਫੰਡਾਮੈਂਟਲ ਡਿਫਰੈਂਸ ਇਹ ਆ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਆ, ਉਹ ਇਹਦੇ 'ਚ ਯਕੀਨ ਕਰਦੀ ਆ ਕਿ ਜਿਹੜਾ ਫਿਸਕਲ ਰਿਸਟ੍ਰੇਂਟ, ਜਿਹੜਾ ਡੈਫਿਸਿਟ ਬੈਲੈਂਸ ਹੋਣਾ ਚਾਹੀਦਾ, ਡੈਟ ਥੱਲੇ ਆਉਣਾ ਚਾਹੀਦਾ, ਐਂਡ ਜਿਹੜਾ GDP ਥੱਲੇ ਆਉਣੀ ਚਾਹੀਦੀ ਆ। ਐਂਡ ਇਸ ਵੇਲੇ ਇਹ ਇੱਕ ਅਪਰਚੁਨਿਟੀ ਸੀ, ਇੱਕ ਮੌਕਾ ਸੀ, ਫਿਰ ਸ਼ਾਇਦ ਨਾ ਮਿਲੇ ਕਿਉਂਕਿ ਇਸ ਵੇਲੇ ਫੁੱਲ ਸਪੀਡ ਨਾਲ ਇਕੋਨਮੀ ਜਾ ਰਹੀ ਹੈ। ਲੋ ਇੰਟਰਸਟ ਰੇਟ ਹੈ, ਇੰਟਰਸਟ ਰੇਟ ਅਪ ਜਾ ਰਿਹਾ, ਲੋ ਅਨਪਲਾਇਮੈਂਟ ਹੈ। ਜੇ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਵੀ ਦੇ ਫੇਲ ਟੂ ਐਡਰੈਸ, ਦੈਨ ਆਈ ਥਿੰਕ ਦੇਰ ਇਜ਼ ਏ ਬੈਡ ਬਜਟ। ਅੱਛਾ, ਟੈਕਨੋਲੋਜੀ ਦੀ ਰਿਸਰਚ 'ਤੇ ਇਹਨਾਂ ਨੇ ਕਾਫੀ ਜਿਹੜਾ ਫੰਡਸ ਰੱਖੇ ਨੇ, ਕੀ ਖਿਆਲ ਹੈ ਤੁਹਾਡਾ ਉਹਦਾ ਕੈਨੇਡਾ ਦੀ ਤਰੱਕੀ 'ਤੇ? ਕੀ ਇਹ ਵੀ ਪ੍ਰੋਗਰੈਸਿਵ ਹੈ ਕਿਉਂਕਿ ਜਿਹੜੀ ਰਿਸਰਚ ਨਾ ਹੋਵੇ, ਉਹ ਸਾਇੰਸ ਲਈ ਅਤੇ ਇਨੋਵੇਸ਼ਨ ਲਈ ਇਹਨਾਂ ਨੇ $3.4 ਬਿਲੀਅਨ ਫॉर 4 years ਰੱਖੇ ਆ। ਅੱਛਾ, ਇੱਕ ਬੱਚਿਆਂ ਲਈ ਜਿਹੜਾ ਰੱਖਿਆ ਇਹਨਾਂ ਨੇ, ਕੌਮੀ ਪਾਰਕਾਂ 'ਚ ਵੀ ਉਹਨਾਂ ਨੂੰ ਫ੍ਰੀ ਐਂਟਰੀ ਤੋਂ ਬਿਨਾਂ ਹੋਰ ਵੀ ਬੱਚਿਆਂ ਦੇ ਲਈ ਕੁਛ ਰੱਖਿਆ ਇਸ ਬਜਟ ਦੇ ਵਿੱਚ? ਐਤਕੀ ਤਾਂ ਕੋਈ ਬੜਾ ਨਹੀਂ ਕੀਤਾ, ਤਾਂ ਜਿਹੜੀ ਪਿਛਲੇ ਫਾਲ ਵਿੱਚ ਇਹਨਾਂ ਨੇ ਅਪਡੇਟ ਕੀਤੀ ਸੀ ਮੋਰਲੈਸ, ਉਹਦੀ ਰਿਫਲੈਕਸ਼ਨ ਹੀ ਹੈ ਇਹ ਬਜਟ। ਐਂਡ ਕੋਈ ਖਾਸ ਨਹੀਂ ਇਹਦੇ 'ਚ। ਅਤੇ ਬਜ਼ੁਰਗਾਂ ਲਈ ਕੀ ਰੱਖਿਆ? ਬਜ਼ੁਰਗਾਂ ਲਈ ਵੀ ਕੁਛ ਨਹੀਂ। ਐਂਡ ਹੋਰ ਨਿੱਕੀਆਂ ਡਿਟੇਲਸ ਹੈਗੀਆਂ, ਉਹ ਹੁਣ ਮੇਰੇ ਕੋਲ ਸਾਰੀਆਂ ਹੈ ਨਹੀਂ ਗੀਆਂ। ਅੱਛਾ, ਜੇ ਆਪਾਂ ਦੇਖੀਏ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਖੈਰ ਇਹਨਾਂ ਨੇ ਬਹੁਤ ਖੁਸ਼ਖਬਰ ਕੀਤਾ। ਪਹਿਲੀ ਸਰਕਾਰ ਦਾ ਜਿਹੜਾ ਬੈਕਲੌਗ ਸੀ ਉਹਨੂੰ ਕਾਫੀ ਖਤਮ ਕਰਨ 'ਚ ਹੋਏ ਨਸਾਈ, ਪਰ ਇਮੀਗ੍ਰੇਸ਼ਨ ਦਾ ਇਹਦੇ ਵਿੱਚ ਬਹੁਤਾ ਕੁਝ ਨਹੀਂ ਰੱਖਿਆ ਗਿਆ ਉਹਦੇ ਲਈ ਫੰਡ 'ਚ, ਤਾਂ ਕਿ ਹੋਰ ਵੀ ਉਹਦੇ ਸੁਧਾਰ ਕੀਤਾ ਜਾ ਸਕੇ। ਦੇਖੋ ਯਾਰ, ਜਿੰਨਾ ਚਿਰ ਡੈਫਿਸਿਟ ਬੈਲੈਂਸ ਨਹੀਂ ਹੁੰਦਾ, ਬੁੱਕਸ ਬੈਲੈਂਸ ਨਹੀਂ ਹੁੰਦੀਆਂ, ਸਰਕਾਰ ਦੇ ਜਿਹੜੇ ਹੱਥ ਹੈ, ਡਜ਼ਨਟ ਮੈਟਰ ਜਿਹੜੀ ਮਰਜ਼ੀ ਪਾਰਟੀ ਹੋਵੇ, ਚਾਹੇ ਕੰਜ਼ਰਵੇਟਿਵ ਹੋਵੇ, NDP ਹੋਵੇ ਜਾਂ ਲਿਬਰਲ ਹੋਵੇ, ਉਹਨਾਂ ਦੇ ਹੈਂਡਸ ਟਾਈਡ ਅਪ ਆ ਐਂਡ ਵੈਰੀ ਟਾਈਟ ਰੋਪ। ਸੋ ਵੈਲਮੋਰ ਨਿਊ ਦੀ ਫਾਈਨਾਂਸ ਮਿਨਿਸਟਰ ਕੋ ਬੜੀ ਕੋਈ ਚੁਆਇਸ ਨਹੀਂ ਸੀ, ਆ ਤਾਂ ਇੱਧਰ ਉੱਧਰ ਕਰ ਕੇ ਬਜਟ ਪੇਸ਼ ਕਰਤਾ, ਅਦਰਵਾਈਜ਼ ਰੀਅਲ ਇਸ਼ੂ ਹੀ ਡਿਡ ਨਾਟ ਐਡਰੈਸ। ਅਤੇ ਜਿਹੜਾ ਸਾਈਬਰ ਸੁਰੱਖਿਆ ਲਈ, ਉਹਦੇ ਲਈ ਵੀ ਇਹਨਾਂ 750 ਜਿਹੜਾ ਮਿਲੀਅਨ ਡਾਲਰ ਇਹਨਾਂ ਨੇ ਰੱਖਿਆ। ਉਹ ਤਾਂ ਸਾਰਿਆਂ ਲਈ ਰੱਖਿਆ, ਥੋੜ੍ਹੇ ਜਿੱਦਾਂ ਹੁਣ ਇਨਫਰਾਸਟਰਕਚਰ ਹੈ, ਉਹਦੇ ਲਈ 180 ਬਿਲੀਅਨ ਪਿਆ, ਉਹ 10 ਸਾਲਾਂ 'ਚ, ਉਹ ਪਿਛਲੇ ਵਾਰੀ ਉਹ ਯੂਜ਼ ਨਹੀਂ ਕੀਤਾ। ਫਿਰ ਹੈਗੀ ਆ ਜਿਹੜੀ ਇਨਫਰਾਸਟਰਕਚਰ ਬੈਂਕ ਜੀ, ਉਹਦਾ ਕੀ ਰੋਲ ਹੋਊਗਾ, ਉਹਦੇ ਕੋਲ ਕਿੰਨੇ ਪੈਸੇ ਆ ਔਰ ਕੀ ਉਹਦੀ ਫੰਕਸ਼ਨਿੰਗ ਆ, ਉਹਨੂੰ ਵੀ ਨਹੀਂ, ਉਹ ਕ੍ਰੀਏਟ ਕਰ ਲਿਆ ਪਰ ਉਹਨੂੰ ਐਡਰੈਸ ਨਹੀਂ ਕੀਤਾ। ਜਿਵੇਂ ਕਹਿੰਦੇ ਨੇ ਬਜਟ ਘਾਟਾ 2022-23 ਤੱਕ ਜਿਹੜਾ ਹੋ ਜੂਗਾ। ਇਹ ਜਿੰਨੀਆਂ ਵੀ ਸਰਕਾਰਾਂ, ਆਪਾਂ ਇਕੱਲੇ ਕੈਨੇਡਾ ਦੀ ਗੱਲ ਨਹੀਂ ਕਰੀਏ, ਅਸੀਂ ਹੋਰ ਵੀ ਜੇ ਕਿਸੇ ਕਰੀਏ, ਪ੍ਰੋਵਿੰਸ ਦੀ ਕਰ ਲਈਏ ਜਾਂ ਬਾਕੀ ਦੇਸ਼ਾਂ ਦੀ ਕਰ ਲਈਏ, ਇਹ ਹੁਣ 2022-23 ਦੀਆਂ ਗੱਲਾਂ ਕਰ ਰਹੇ ਵੀ ਜਦ ਤੱਕ ਹੋਊਗਾ। ਪਹਿਲਾਂ 15 ਦੇ ਵਿੱਚ ਕੁਛ ਹੋਰ ਗੱਲ ਸੀ, ਹੁਣ ਉਹਨੂੰ ਅੱਗੇ ਲੈ ਗਏ। ਡੇਟ ਕੀ ਕਿਉਂ ਕਰਦੇ? 2015 'ਚ ਜਦੋਂ ਇਹਨਾਂ ਨੇ ਇਲੈਕਸ਼ਨ ਲੜੀ ਆ, ਇਲੈਕਸ਼ਨ ਦੇ ਵਿੱਚ ਇਹ ਸਲੋਗਨ ਦਿੱਤਾ ਸੀ ਕਿ ਅਸੀਂ ਡੈਫਿਸਿਟ ਕ੍ਰੀਏਟ ਕਰਾਂਗੇ ਔਰ ਉਹ ਤੋਂ ਬਾਅਦ ਸਾਡੀ ਨੈਕਸਟ ਇਲੈਕਸ਼ਨ ਤੋਂ ਪਹਿਲਾਂ ਸਾਡੀ ਮੈਂਡੇਟ ਦੇ ਵਿੱਚ ਅਸੀਂ ਜਿਹੜਾ ਡੈਫਿਸਿਟ ਹੈ ਉਹਨੂੰ ਬੁੱਕਸ ਬੈਲੈਂਸ ਕਰਾਂਗੇ। ਹੁਣ ਉਹ ਤੋਂ ਸ਼ਿਫਟ ਹੋ ਕੇ ਇਸ ਬਜਟ ਵਿੱਚ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਕੀਤੀ, ਮੈਂਸ਼ਨ ਹੀ ਨਹੀਂ ਕੀਤਾ। ਹੁਣ ਇਹ ਕਹਿ ਰਹੇ ਆ ਕਿ ਹੁਣ ਹੈਗਾ $18.1 ਬਿਲੀਅਨ ਡੈਫਿਸਿਟ
ਹਾਂਜੀ। ਐਂਡ ਜਦੋਂ ਇਹਨਾਂ ਨੇ ਇਲੈਕਸ਼ਨਾਂ 'ਚ ਜਾਣਾ 1.5 ਸਾਲ ਤੱਕ, ਹਾਂਜੀ। ਉਦੋਂ 12 ਬਿਲੀਅਨ ਤੋਂ ਉੱਪਰ ਡੈਫਿਸਿਟ ਹੋਣਾ। ਸੋ देयर हैंड्स आर टाइड अप। ਅੱਛਾ, ਇੱਕ ਓਨਟਾਰੀਓ ਤੋਂ ਸਸਕੈਚੁਅਨ ਦੇ ਵਿੱਚ ਇਹਨਾਂ ਨੇ ਨਵੇਂ ਜੱਜ ਨਿਯੁਕਤ ਕਰਨ ਲਈ ਵੀ ਫੰਡ 'ਚ ਰੱਖੇ ਨੇ, ਤੇ ਕੀ ਉਹਨਾਂ ਦਾ ਕਿੰਨਾ ਕੁ ਫਾਇਦਾ ਹੋਊਗਾ? ਫਾਇਦਾ ਤਾਂ ਜੀ ਇਹ ਪ੍ਰੋਗਰੈਸਿਵ ਹੈ। ਦੇਖੋ ਜਿਹੜੀ ਜੁਡੀਸ਼ਰੀ ਹੈ, ਪੈਂਡਿੰਗ ਕੇਸ ਬਹੁਤ ਪਏ ਨੇ। ਪੈਂਡਿੰਗ ਕੇਸ ਬਹੁਤ ਪਏ ਆ। ਜੁਡੀਸ਼ਰੀ ਬੜੀ ਡਿਲੇ ਹੋ ਰਹੀ ਆ। ਇਹ ਸੁਪਰੀਮ ਕੋਰਟ ਨੇ ਕਿਹਾ ਸੀ ਸਰਕਾਰ ਨੂੰ, ਆਰਡਰ ਦਿੱਤਾ ਸੀ ਕਿ ਇਹਨੂੰ ਐਡਰੈਸ ਕਰੋ, ਕਿਉਂਕਿ ਜਿਹੜੇ ਅਦਰਵਾਈਜ਼ ਬਹੁਤ ਕੇਸਾਂ ਦੇ ਵਿੱਚ ਸੁਪਰੀਮ ਕੋਰਟ ਨੇ ਡਿਸੀਜਨ ਦੇਣਾ ਸ਼ੁਰੂ ਕਰਤਾ ਕਿ ਜਿਹੜੇ ਕੇਸ ਡਿਲੇ ਹੋ ਜਾਂਦੇ ਆ ਉਹਨਾਂ ਨੂੰ ਕਈ ਬਰੀ ਕਰ ਦਿੱਤੇ ਕੇਸ। ਸੋ ਉਹਦੇ ਕਰਕੇ ਸਰਕਾਰ ਇਜ਼ ਵੈਰੀ ਸੀਰੀਅਸ ਐਂਡ ਸੁਪਰੀਮ ਕੋਰਟ ਇਜ਼ ਆਲਸੋ ਵੈਰੀ ਸੀਰੀਅਸ। ਅੱਛਾ, ਇਹ ਗੈਰ ਕਾਨੂੰਨੀ ਲੋਕ ਜਿਹੜੇ ਸਰਹੱਦਾਂ ਟੱਪ ਕੇ ਬਾਹਰ ਐਂਟਰ ਹੁੰਦੇ ਨੇ ਕਿ ਉਹਨਾਂ ਲਈ ਵੀ ਇਹਨਾਂ ਨੇ ਸਪੈਸ਼ਲ ਫੰਡ ਰੱਖਿਆ, ਤੇ ਉਹਦੇ ਨਾਲ ਕਿੰਨੇ ਕੁ ਲੋਕਾਂ ਨੂੰ ਰੋਕ ਸਕਣਗੇ? ਦੇਖੋ, ਇਸ ਵੇਲੇ ਤਾਂ ਦੁਨੀਆ 'ਚ 22 ਮਿਲੀਅਨ ਲੋਕੀ ਔਨ ਰਨ ਆ ਟੂ ਕਮ ਟੂ ਕੈਨੇਡਾ, ਟੂ ਕਮ ਟੂ ਅਮਰੀਕਾ, ਟੂ ਕਮ ਟੂ ਆਸਟ੍ਰੇਲੀਆ, ਇੰਗਲੈਂਡ, ਫਰਾਂਸ, ਜਰਮਨ, ਰਾਈਟ। ਵਨ ਵਿੰਗੇਟਡ ਢੰਗ ਦੇ ਨਾਲ ਹਰ ਰੋਜ਼ ਹੀ ਕੋਈ ਸ਼ਿਪਾਂ ਰਾਹੀਂ ਆ ਰਿਹਾ, ਕੋਈ ਬੋਟਾਂ ਰਾਹੀਂ ਆ ਰਿਹਾ, ਕੋਈ ਜਿਹੜੇ ਏਜੰਟ ਆ ਉਹ ਭੇਜ ਰਹੇ ਆ ਆਪਣੇ ਇੰਡੀਆ ਤੋਂ। ਕਿੰਨੇ ਨੌਜਵਾਨ ਆ ਰਹੇ ਆ, ਉਹ ਕਿੰਨੇ ਰਸਤੇ 'ਚ ਹੀ ਕਈਆਂ ਦੀ ਡੈਥ ਹੋ ਜਾਂਦੀ ਆ। ਐਂਡ ਇਹਨੂੰ ਇਟਸ ਅ ਬਿਗ ਚੈਲੰਜ। ਐਂਡ ਸਭ ਤੋਂ ਬਿਗੇਸਟ ਚੈਲੰਜ ਹੈਗਾ ਅਮਰੀਕਾ ਤੋਂ ਜਿਹੜੇ ਆ ਰਹੇ ਆ, ਕਿਉਂਕਿ ਉੱਥੇ ਟਰੰਪ ਫੈਕਟਰ ਜਿਹੜਾ ਟਰੰਪ ਨੇ ਜਦੋਂ ਐਲ ਸਾਲਵਾਡੋਰੀਅਨ ਸੀ, ਚਿਲੀਅਨ ਸੀ, ਉਹਨਾਂ ਨੂੰ ਖਰੇ 10 ਸਾਲ ਦੀ ਦਿੱਤੇ ਸੀ। ਉਹ ਹੁਣ ਗਾਂਹ ਵੀਜ਼ੇ ਨਹੀਂ ਉਹਨਾਂ ਰੀਨਿਊ ਕਰਨੇ। ਜੇ ਉਹ ਆ ਗਿਆ ਬਾਰਡਰ 'ਤੇ, ਹਾਊ ਦੇ ਗੋਨਾ ਸਟਾਪ them? ਇਟਸ ਅ ਬਿਗ ਚੈਲੰਜ। ਅੱਛਾ, 1 ਲੱਖਾਂ ਸਟੂਡੈਂਟ ਹਰ ਸਾਲ ਜਿਹੜੇ ਨੇ ਹਿੰਦੁਸਤਾਨ ਸਮੇਤ ਬਾਕੀ ਵੱਖ-ਵੱਖ ਕੰਟਰੀਆਂ ਤੋਂ, ਚਾਈਨਾ ਤੋਂ ਆ ਰਹੇ ਨੇ, ਹੋਰ ਦੇਸ਼ਾਂ ਤੋਂ ਆ ਰਹੇ ਨੇ। ਕੀ ਉਹਨਾਂ ਦੇ ਜਿਹੜੇ ਸਟੂਡੈਂਟ ਇੱਥੇ ਆ ਤਾਂ ਰਹੇ ਨੇ, ਪਰ ਉਹਨਾਂ ਨੂੰ ਸੈੱਟ ਕਰਨ ਲਈ ਉਹਨਾਂ ਦੇ ਇੱਥੇ ਪੱਕੇ ਤੌਰ 'ਤੇ ਉਹਨਾਂ ਦੀਆਂ ਜੋਬਾਂ ਉਹਨਾਂ ਲਈ ਕੁਛ ਰੱਖਿਆ ਹੈ? ਦੇਖੋ, ਜਿਹੜੇ ਮੈਂ ਹਾਲੇ ਕੱਲ੍ਹ ਪੜ੍ਹਦਾ ਸੀ, ਸਭ ਤੋਂ ਵੱਧ ਸਟੂਡੈਂਟ ਆ ਰਿਹਾ ਚਾਈਨਾ ਤੋਂ। ਹਾਂਜੀ। ਸੈਕੰਡ ਲਾਰਜੈਸਟ ਬਿਗੇਸਟ ਆ ਰਿਹਾ ਆਪਣੇ ਇੰਡੀਆ ਤੋਂ। ਜੀ। ਇੰਡੀਆ ਤੋਂ ਸਭ ਤੋਂ ਵੱਧ ਆ ਰਿਹਾ ਪੰਜਾਬ ਚੋਂ। ਹਾਂਜੀ। 1,20,000 ਸਟੂਡੈਂਟ ਆਇਆ ਪਿਛਲੇ ਸਾਲ, ਐਂਡ 2,10,000 ਵਿਜ਼ਟਰ ਆਇਆ ਇੰਡੀਆ ਤੋਂ। ਸੋ ਇੰਡੀਆ ਇਜ਼ ਅ ਬਿਗ ਸੋਰਸ। ਐਂਡ ਉਹਦੇ 'ਚ ਅੱਜ ਜਿਹੜੀ ਹੁਣ ਸਿਚੁਏਸ਼ਨ ਹੋ ਰਹੀ ਆ, ਟਰੂਡੋ ਉੱਥੇ ਇੰਡੀਆ ਵੀ ਜਾ ਕੇ ਕਹਿ ਰਹੇ ਆ ਕਿ ਅਸੀਂ ਇਟਸ ਅ ਬਿਗ ਇੰਡਸਟਰੀ, ਅਸੀਂ ਐਜੂਕੇਸ਼ਨ ਲਈ ਖੋਲ੍ਹਿਆ ਹੈ ਕੈਨੇਡਾ। ਉਹਨੂੰ ਪਰ ਜਿਹੜੇ ਜਦੋਂ ਇੱਥੇ ਉਹ ਨੌਜਵਾਨ ਆ ਜਾਂਦੇ ਆ, ਜਾਂਦੇ ਯੂਨੀਵਰਸਿਟੀ ਜਾਂਦੇ ਆ, ਕਾਲਜਸ ਵਿੱਚ ਜਾਂਦੇ ਆ, ਦੈਨ ਦੇਰ ਸ਼ੁੱਡ ਬੀ ਸਮ ਮੈਕੈਨਿਜ਼ਮ ਕਿ ਉਹਨੂੰ ਉਹ ਆਹ ਕਰ ਸਕਦੇ, ਇੰਨੇ ਚਿਰ ਬਾਅਦ ਉਹ ਵੀਜ਼ੇ ਲਈ PR ਕਾਰਡ ਲਈ ਅਪਲਾਈ ਕਰ ਸਕਦੇ ਆ, ਜਾਂ ਆਹ ਕਰ ਸਕਦੇ ਆ। ਉਹਦੇ 'ਚ ਘਾਟ ਆ। ਉਹਨਾਂ 'ਚ ਬਹੁਤ ਸਾਰੇ ਜਿਹੜੇ ਸਟੂਡੈਂਟ ਨੇ ਉਹ ਇਸ ਕਰਕੇ ਆਉਂਦੇ ਨੇ ਕਿ ਪੱਕੇ ਹੋ ਕੇ ਅਸੀਂ ਇੱਥੇ ਆਪਣਾ ਦੇਸ਼ ਇਹਨੂੰ ਬਣਾ ਲਵਾਂਗੇ, ਪਰ ਅਜੇ ਤੱਕ ਇਸ ਬਜਟ ਦੇ ਵਿੱਚ ਵੀ ਉਹਨਾਂ ਸਟੂਡੈਂਟਾਂ ਦੇ ਲਈ ਬਹੁਤਾ ਕੁਝ ਨਹੀਂ ਰੱਖਿਆ ਗਿਆ। ਤੇ ਕੁੱਲ ਮਿਲਾ ਕੇ ਤੁਸੀਂ ਅਖੀਰ ਦੇ ਵਿੱਚ ਬਰੀਫ 'ਚ ਕੀ ਕਹਿਣਾ ਚਾਹੋਗੇ ਇਸ ਬਜਟ ਬਾਰੇ? ਤੁਹਾਡੇ ਨਜ਼ਰੀਏ 'ਚ ਕੀ ਹੈ ਬਜਟ? ਮੈਂ ਪਹਿਲਾਂ ਹੀ ਇਹ ਕਿਹਾ ਸੀ ਕਿ ਇਹ ਬਜਟ ਮੇਨਲੀ ਪ੍ਰਾਇਮਰਲੀ ਇਲੈਕਸ਼ਨ ਬਜਟ। ਇਹਨਾਂ ਨੇ ਹੁਣੇ ਇਲੈਕਸ਼ਨਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਦੇ ਟਰਾਈ ਟੂ ਐਡਰੈਸ ਦੀ ਬਿਗੇਸਟ ਵੋਟਰ ਜਿਹੜਾ ਵੂਮਨ ਆ, ਕਿਉਂਕਿ ਵੂਮਨ ਥੋੜ੍ਹੀ ਕਿਤੇ ਵੋਟਾਂ ਪਾਉਣ ਆਉਂਦੇ ਨਹੀਂ, ਉਹਨਾਂ ਦੀ ਮਿਨੋਰਟੀ ਹੁੰਦੀ। ਉਹਨਾਂ ਨੇ ਦੇ ਟਰਾਈ ਟੂ ਐਡਰੈਸ them, ਦੇ ਟਰਾਈ ਟੂ ਬ੍ਰਿੰਗ them। ਐਂਡ ਜਿੰਨਾ ਚਿਰ ਇਹ ਫਿਰ ਦੂਸਰਾ ਇਹਨਾਂ ਨੇ ਐਡਰੈਸ ਕਰਨੀ ਸ਼ੁਰੂ ਕੀਤੀ ਹੈ NDP ਵੋਟਰ ਨੂੰ। ਜੀ। ਸੋ ਦੈਟਸ ਵਾਟ ਇਟ ਇਜ਼। ਜੀ। ਢੀਂਸਾ ਸਾਹਿਬ, ਤੁਸੀਂ ਸਮਾਂ ਕੱਢ ਕੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਨਿਰਮਲ ਢੀਂਸਾ ਜੀ ਨਾਲ ਗੱਲਬਾਤ ਕਿ ਕੈਨੇਡਾ ਦਾ ਜੋ ਬਜਟ 2018 ਪੇਸ਼ ਕੀਤਾ ਗਿਆ ਉਹਦੇ ਬਾਰੇ 'ਚ ਇਹਨਾਂ ਦੇ ਕੀ ਵਿਚਾਰ ਨੇ। ਆਮ ਲੋਕਾਂ ਦੇ ਵੀ ਰਲਵੇਂ ਮਿਲਵੇਂ ਜਿਹੜਾ ਵਿਚਾਰ ਇਹਦੇ ਸੰਬੰਧੀ ਆ ਰਹੇ ਨੇ। ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਤੁਸੀਂ ਇਸ ਪ੍ਰੋਗਰਾਮ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਆਪਣਾ ਇਹ ਲਿਖੇ ਈਮੇਲ 'ਤੇ ਆਪਣਾ ਮੈਸੇਜ ਭੇਜ ਸਕਦੇ ਹੋ। ਅਗਲੇ ਹਫ਼ਤੇ ਅਸੀਂ ਕਿਸੇ ਹੋਰ ਮਹਿਮਾਨ ਦੇ ਨਾਲ ਕੋਈ ਨਵਾਂ ਵਿਸ਼ਾ ਲੈ ਕੇ ਉਸ 'ਤੇ ਫੋਕਸ ਕਰਾਂਗੇ। ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।